ਬੀਬੀ ਬਸੰਤ ਲਤਾ ਖੱਤਰੀਆਂ ਦੀ ਲੜਕੀ ਸੀ। ਇਹਨਾਂ ਦਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਇਹ ਪਰਿਵਾਰ ਦਸਾਂ ਨੋਵਾਂ ਦੀ ਕਿਰਤ ਕਰਿਆ ਕਰਦਾ ਸੀ ਤੇ ਦਸਵੰਧ ਕੱਢ ਕੇ ਗੁਰੂ ਘਰ ਭੇਜ ਦਿੰਦਾ ਸੀ। ਬਸੰਤ ਲਤਾ ਇਹਨਾਂ ਦੀ ਤੀਜੀ ਲੜਕੀ ਸੀ। ਉਹ ਆਪਣੇ ਮਾਪਿਆਂ ਨਾਲ ਗੁਰੂ ਘਰ ਝਾੜੂ ਤੇ ਲੰਗਰ ਦੀ ਸੇਵਾ ਕਰਿਆ ਕਰਦੀ ਸੀ, ਸਿਮਰਨ ਕਰਦੀ ਸੀ। ਉਹ ਸੁੰਦਰ ਸਰੀਰ, ਪਵਿੱਤਰ ਆਤਮਾ ਸਾਂਭੀ ਬੈਠੀ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਸਾਹਿਬ ਦਾ ਪਾਠ ਕਰਦੀ ਸੀ। ਜਦੋਂ ਇਹਨਾਂ ਦੀ ਉਮਰ 16 ਸਾਲ ਦੀ ਹੋ ਗਈ ਤਾਂ ਮਾਪਿਆਂ ਨੇ ਇਹਨਾਂ ਦੇ ਵਿਆਹ ਦੀ ਵਿਚਾਰ ਕੀਤੀ। ਜਦੋਂ ਬਸੰਤ ਲਤਾ ਨੂੰ ਇਹਨਾਂ ਦੇ ਵਿਆਹ ਦੇ ਵਿਚਾਰ ਬਾਰੇ ਪਤਾ ਲੱਗਾ, ਇਹਨਾਂ ਨੇ ਆਪਣੇ ਮਾਪਿਆਂ ਨੂੰ ਤਾੜਨਾ ਕਰਦਿਆਂ ਹੋਇਆ ਕਿਹਾ ਕਿ ਮੈਂ ਕੁਆਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦੀ ਹਾਂ। ਜੇ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਥੋਂ ਚਲੀ ਜਾਵਾਂਗੀ। ਉਹ ਪਵਿੱਤਰ ਵਿਚਾਰਾਂ ਦੀ ਧਾਰਨੀ ਸੀ ਤੇ ਮੈਂ ਮਾਤਾ ਸਾਹਿਬ ਕੌਰ ਪਾਸ ਰਹਿ ਕੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਪੇ ਇਹਨਾਂ ਦੇ ਵਿਰੁੱਧ ਡਟ ਗਏ ਹਨ ਤਾਂ ਉਹ ਮਾਤਾ ਸਾਹਿਬ ਕੌਰ ਪਾਸ ਆ ਗਈ। ਮਾਤਾ ਜੀ ਦੇ ਪਵਿੱਤਰ ਚਰਨ ਪਕੜ ਹੰਝੂਆਂ ਨਾਲ ਭਿਓ ਦਿੱਤੇ। ਮਾਤਾ ਜੀ ਨੂੰ ਕਿਹਾ ਕਿ ਉਸਦੇ ਮਾਪਿਆਂ ਨੂੰ ਉਸਦਾ ਵਿਆਹ ਕਰਨ ਤੋਂ ਰੋਕੋ। ਮਾਤਾ ਜੀ ਨੇ ਉਸਦੇ ਮਾਪਿਆਂ ਨੂੰ ਉਸਦਾ ਵਿਆਹ ਕਰਨ ਤੋਂ ਵਰਜ ਦਿੱਤਾ ਤੇ ਉਹਨਾਂ ਨੂੰ ਘਰ ਨਾ ਜਾਣ ਦਿੱਤਾ। ਉਹ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਦੀ ਰਹੀ। ਇਹਨਾਂ ਆਦਰਮਾਨ ਹੋਣ ਲੱਗ ਪਿਆ। ਇੱਥੇ ਰਹਿ ਕੇ ਉਹਨਾਂ ਨੇ ਗੁਰਮੁਖੀ ਸੰਸਕ੍ਰਿਤੀ ਦੀ ਪੜ੍ਹਾਈ ਕੀਤੀ। ਇੱਧਰ ਕਈ ਮਹੀਨਿਆਂ ਦੀ ਜੰਗ ਤੋਂ ਬਾਅਦ ਅਨੰਦਪੁਰ ਦਾ ਕਿਲਾ ਛੱਡਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਵੈਰੀਆਂ ਨੇ ਗਊ ਕਰਾਨ ਤੇ ਰੱਖ ਕੇ ਖਾਧੀਆਂ ਕਸਮਾਂ ਨੂੰ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ। ਬਸੰਤ ਲਤਾ ਨੇ ਮਾਤਾ ਸਾਹਿਬ ਕੌਰ ਦਾ ਹੱਥ ਨਾ ਛੱਡਿਆ। ਮਾਤਾ ਜੀ ਤਾਂ ਪੈਦਲ ਚੱਲ ਪਈ। ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਜੀ ਨਾਲ ਪਾਲਕੀ ਵਿੱਚ ਬੈਠ ਜਾਵੇ। ਉਸਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਪੂਜਨੀਕ ਮਾਤਾ ਜੀ ਦੇ ਬਰਾਬਰ ਨਹੀਂ ਬੈਠ ਸਕਦੀ। ਬਸੰਤ ਲਤਾ ਦਾ ਪਵਿੱਤਰ ਜੀਵਨ ਕੁਆਰਾਪਣ ਹੋਣ ਕਰਕੇ ਕਾਫੀ ਬਲਵਾਨ ਸੀ। ਪਾਲਕੀ ਦੇ ਨਾਲ ਤੁਰੀ ਜਾਂਦੀ, ਹੱਥ ਵਿੱਚ ਨੰਗੀ ਕਿਰਪਾਨ, ਸਿਰ ਉੱਪਰ ਕੇਸਰੀ ਦਸਤਾਰ, ਦੁਆਲੇ ਕਮਰ ਕੱਸਾ, ਫੁਰਤੀਲਾ ਸਰੀਰ, ਇੰਨੀ ਸੀਤ ਤੇ ਠੰਡੀ ਹਵਾ ਦੀ ਵੀ ਕੋਈ ਪਰਵਾਹ ਨਾ ਕਰਦੀ। ਅੱਗੇ ਸਰਸਾ ਨਦੀ ਠਾਠਾਂ ਮਾਰ ਰਹੀ ਹੈ। ਇਸ ਨੂੰ ਪਾਰ ਕੀਤਾ। ਪਾਰ ਕਰਨ ਤੋਂ ਬਾਅਦ ਪਹਿਲਾਂ ਵਾਂਗ ਪਾਲਕੀ ਨਾਲ ਚੱਲਣ ਵਿੱਚ ਸਮਰੱਥ ਹੋ ਗਈ। ਹਨੇਰੀ ਰਾਤ ਵਿੱਚ ਠੇਡਾ ਲੱਗਣ ਕਰਕੇ ਡਿੱਗ ਪਈ। ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ। ਪਿੱਛੋਂ ਦੀ ਵੈਰੀਆਂ ਦੇ ਸਿਪਾਹੀ ਆ ਮਿਲੇ। ਬਿਜਲੀ ਦੀ ਲਿਸ਼ਕ ਨਾਲ ਉਹਨਾਂ ਦੀ ਨਜ਼ਰ ਉਸ ਤੇ ਪਈ ਤੇ ਉਸ ਨੂੰ ਕੱਲਿਆਂ ਵੇਖ ਕੇ ਫੜ ਲਿਆ। ਇਸ ਲਈ ਕਿਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ। ਇੱਕ ਤਾਂ ਠੰਡ ਨੇ ਉਸ ਨੂੰ ਨਿਡਾਲ ਕਰ ਦਿੱਤਾ ਸੀ, ਦੂਜਾ ਵੈਰੀਆਂ ਨੇ ਘੇਰਾ ਪਾ ਲਿਆ। ਵੈਰੀਆਂ ਅੱਗੇ ਕੋਈ ਪੇਸ਼ ਨਾ ਗਈ। ਸਿਪਾਹੀ ਉਸ ਨੂੰ ਆਪਣੇ ਹਾਕਮ ਸਮੁੰਦਰ ਖਾਂ ਪਾਸ ਲੈ ਗਏ। ਉਹ ਇੱਕ ਬੜਾ ਨਿਰਦਈ ਤੇ ਕਾਮੀ ਸੀ। ਸਮੁੰਦਰ ਖਾਂ ਪਹਾੜੀ ਰਾਜਿਆਂ ਦਾ ਨਵਾਬ ਸੀ। ਬੜਾ ਬਦ ਚਲਣ ਤੇ ਲਾਲਚੀ ਤੇ ਬੇਈਮਾਨੀ ਸੀ। ਬਸੰਤ ਨੂੰ ਆਪਣੇ ਕਿਲੇ ਵਿੱਚ ਲੈ ਗਿਆ। ਕਿਲੇ ਵਿੱਚ ਜਾ ਕੇ ਬੜੇ ਲਾਲਚ ਦਿੱਤੇ, ਬੇਗਮ ਬਣਾਉਣ ਤੇ ਐਸ਼ੋ ਆਰਾਮ ਦੇ ਲਾਲਚ ਦਿੱਤੇ। ਬਸੰਤ ਲਤਾ ਨੇ ਸੱਚੀ ਗੱਲ ਕਹਿ ਦਿੱਤੀ ਕਿ ਭਾਵੇਂ ਉਸ ਨੂੰ ਕੁੱਟ-ਕੁੱਟ ਕੇ ਕੀਮਾ ਬਣਾ ਦਿਓ, ਪਰ ਉਹ ਕਿਸੇ ਮਰਦ ਨੂੰ ਆਪਣਾ ਪਤੀ ਸਤਿਕਾਰ ਨਹੀਂ ਕਰੇਗੀ। ਮੈਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਮੈਂ ਸੰਸਾਰਿਕ ਐਸ਼ੋ ਇਸ਼ਰਤ ਨਹੀਂ ਪਾਉਣੀ। ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੈ। ਉਹ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ। ਸਮੁੰਦਰ ਖਾਂ ਨੇ ਬੜਾ ਜ਼ੋਰ ਲਾਇਆ ਕਿ ਬਸੰਤ ਲਤਾ ਮੇਰੀ ਬੇਗਮ ਬਣ ਜਾਵੇ। ਲਾਲਚ ਡਰਾਵੇ ਜਦੋਂ ਫੇਲ ਹੋ ਗਏ ਤਾਂ ਉਸ ਨੂੰ ਬੰਦੀਖਾਨੇ ਵਿੱਚ ਪਾ ਕੇ ਨਿਰਬਲ ਕਰਨ ਦੀ ਵਿਚਾਰ ਬਣਾਈ। ਬੰਦੀਖਾਨਾ ਵੀ ਨਰਕ ਹੀ ਸੀ। ਸਲਾਬੀ ਥਾਂ, ਕੁੱਪਨੇਰਾ, ਅੰਦਰ ਕੀੜੇ ਮਕੌੜੇ, ਚੂਹੇ, ਕਿਰਲੀਆਂ, ਅਨੇਕ ਹੋਰ ਜੀਵ, ਜਿਸ ਵਿੱਚ ਇੱਕ ਪੱਥਰ ਦਾ ਉੱਚਾ ਥੜਾ ਬਣਿਆ ਸੀ। ਉਸ ਉੱਪਰ ਬੈਠਿਆ ਤਾਂ ਜਾ ਸਕਦਾ ਸੀ, ਪਰ ਜੰਗਲ, ਪਾਣੀ ਸਭ ਕੁਝ ਉੱਥੇ ਹੀ ਸੀ। ਪਹਿਲੀ ਰਾਤ ਥੱਕੀ ਟੁੱਟੀ ਨੀਂਦ ਆ ਗਈ। ਜਦੋਂ ਮਾਤਾ ਸਾਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ, ਨੀਂਦ ਵਿੱਚ ਬੜਬੜਾਉਣ ਲੱਗੀ, ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ। ਇਸ ਤਰ੍ਹਾਂ ਕਰਦੀ ਕਰਦੀ ਉੱਠ ਕੇ ਭੱਜੀ ਤੇ ਪੱਥਰ ਦੀ ਕੰਧ ਵਿੱਚ ਜਾ ਸਿਰ ਵੱਜਿਆ ਤੇ ਸੱਟ ਲੱਗ ਗਈ। ਜਦੋਂ ਹੋਸ਼ ਵਿੱਚ ਆਈ ਤੇ ਪਤਾ ਲੱਗਾ ਕਿ ਉਹ ਤਾਂ ਕੈਦਖਾਨੇ ਵਿੱਚ ਹੈ ਅਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਨ ਲੱਗੀ। ਸੱਚੇ ਪਾਤਸ਼ਾਹ ਕਲਗੀਧਰ ਜੀ, ਮੈਨੂੰ ਤੇਰਾ ਹੀ ਆਸਰਾ ਹੈ। ਮੈਂ ਭੋਲੇ ਭਾਵ ਪ੍ਰਣ ਕਰ ਲਿਆ ਹੈ, ਤੇਰੇ ਚਰਨਾਂ ਵਿੱਚ ਜੀਵਨ ਬਤੀਤ ਕਰਾਂਗੀ। ਮਾਤਾ ਜੀ ਦੀ ਸੇਵਾ ਕਰਾਂਗੀ, ਗੁਰੂ ਘਰ ਦੇ ਬਰਤਨ ਮਾਂਜਾਂਗੀ ਤੇ ਸੰਗਤ ਦੇ ਜੋੜੇ ਝਾੜ ਜਨਮ ਸਫਲਾ ਕਰਾਂਗੀ। ਕੀ ਭਾਣਾ ਵਰਤਾ ਦਿੱਤਾ, ਸਾਰੇ ਵਿਛੜ ਗਏ, ਮੈਨੂੰ ਕੱਲੀ ਛੱਡ ਗਏ। ਮੇਰੀ ਤੇ ਜਵਾਨੀ ਹੀ ਮੇਰੀ ਵੈਰੀ ਬਣ ਗਈ। ਮੈਨੂੰ ਤੇ ਮੇਰੀ ਪਵਿੱਤਰਤਾ ਨੂੰ ਬਚਾਓ। ਇਸ ਤਰ੍ਹਾਂ ਆਪਦੇ ਨਾਲ ਗੱਲਾਂ ਕਰ ਰਹੀ ਹੈ। ਥੋੜੀ ਦੇਰ ਬਾਅਦ ਸਮੁੰਦਰ ਖਾਂ ਬੰਦੀਖਾਨੇ ਵਿੱਚ ਆ ਵੜਿਆ। ਆਉਂਦਿਆਂ ਹੀ ਬਸੰਤ ਨੂੰ ਕਿਹਾ ਕਿ ਅਫਸੋਸ ਹੈ ਇਸ ਕਾਲ ਕੋਠੜੀ ਵਿੱਚ ਤੈਨੂੰ ਬੰਦ ਕਰਨਾ ਪਿਆ। ਮੈਨੂੰ ਦੱਸੋ ਮੇਰੇ ਵਿੱਚ ਕੀ ਕਮੀ ਹੈ
तेरे साथी ते गुरु दा परिवार खत्म कर दिता गया है। हुण तेरा कोई आसरा नहीं है। तू कल्ली की करेंगी, कित्थे जावेंगी? तैनूं सब सुख आराम अर्पण कीते जाणगे। बसंत ने कहा, मैं एक वारी नहीं 100 वारी कहा है कि मैं खुदा नूं हाज़र नाज़र जाण के प्रण कीता है, मैं किसे नूं अपना पति नहीं मन्नांगी। मैनू पवित्र रहन दिओ, मैनू अपनी भैन समझो, मेरे ते दया करो। खुदा पासों डरना चाहिदा है, मेरी निर्बलता दा लाभ ना उठाओ। खुदा मंदा चंगा सब कुछ देखदा है। ਸਮੁੰਦ ਖਾਂ ਨਸ਼ੇ ਵਿੱਚ ਅੰਨਾ ਹੋਇਆ ਪਿਆ ਸੀ। ਕਹਿਣ ਲੱਗਾ ਕਿ ਜੇ ਏਦਾਂ ਨਾ ਮੰਨੋਗੇ ਤਾਂ ਮੈਂ ਧੱਕੇਸ਼ਾਹੀ ਕਰਾਂਗਾ। ਫਿਰ ਬਸੰਤ ਲਤਾ ਬੋਲੀ ਕਿ ਤੂੰ ਕੌਣ ਹੈ ਮੇਰੇ ਨਾਲ ਧੱਕੇਸ਼ਾਹੀ ਕਰਨ ਵਾਲਾ? ਮੇਰਾ ਸਤਿਗੁਰ ਮੇਰੇ ਧਰਮ ਦਾ ਰਾਖਾ ਹੈ। ਅਕਾਲ ਪੁਰਖ ਮੇਰੇ ਜਿਹੀਆਂ ਅਬਲਾਵਾਂ ਦੀ ਬੇਨਤੀ ਸੁਣ ਰੱਖਿਆ ਕਰਦਾ ਹੈ। ਕੰਨ ਖੋਲ ਕੇ ਸੁਣ ਲੈ, ਮੈਨੂੰ ਹੱਥ ਲਾ ਕੇ ਆਪਣਾ ਸਤਿਆਨਾਸ਼ ਨਾ ਕਰਾ ਲਵੀਂ। ਕਹਿੰਦਾ ਸਤਿਗੁਰ ਤੇਰਾ ਤਾਂ ਆਪਣੀ ਰੱਖਿਆ ਕਰ ਨਾ ਸਕਿਆ, ਉਹ ਤੇਰੀ ਰੱਖਿਆ ਕਿਵੇਂ ਕਰੇਗਾ? ਬਸੰਤ ਲਤਾ ਬੋਲੀ ਕਿ ਉਹ ਵੇਖ ਮੇਰੇ ਸਤਿਗੁਰ ਮੇਰੀ ਸਹਾਇਤਾ ਲਈ ਆ ਰਹੇ ਹਨ। ਧੰਨ ਮੇਰੇ ਕਲਗੀਆਂ ਵਾਲੇ ਆ ਗਏ, ਮੈਂ ਬਲਹਾਰੀ ਜਾਵਾਂ। ਸਮੁੰਦ ਖਾਂ ਹੱਥ ਪਿਲਾ ਬਾਹਾਂ ਵਿੱਚ ਘੁੱਟਣ ਲਈ ਅੱਗੇ ਵਧਿਆ। ਬਸੰਤ ਲਤਾ ਖਿੜਖੜਾ ਹੱਸਣ ਲੱਗੀ ਤੇ ਕਹਿਣ ਲੱਗੀ, ਧੰਨ ਹੈ ਸਤਿਗੁਰ, ਮੈਂ ਬਲਿਹਾਰੇ ਜਾਂਦੀ ਹਾਂ। ਆਪਣੀ ਪੁੱਤਰੀ ਦੀ ਲਾਜ ਤੇ ਪਵਿੱਤਰਤਾ ਕਾਇਮ ਰੱਖਣ ਦੀ ਖਾਤਰ ਤੁਸੀਂ ਆ ਗਏ। ਮੈਂ ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ, ਪਰ ਇਹ ਨਹੀਂ ਸਮਝਿਆ। ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਸੀ। ਦਾਤਾ ਜੀ ਮਿਹਰ ਕਰੋ, ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਚੱਲੋ ਮੈਨੂੰ। ਸਮੁੰਦ ਖਾਂ ਅੱਗੇ ਵਧਣ ਦਾ ਯਤਨ ਕਰਦਾ ਹੈ, ਬਾਹਾਂ ਫੈਲੀਆਂ ਹੀ ਰਹਿ ਗਈਆਂ, ਇਕੱਠੀਆਂ ਨਹੀਂ ਹੁੰਦੀਆਂ। ਹੇਠੋਂ ਪੈਰ ਧਰਤੀ ਨਾਲ ਜੁੜ ਗਏ, ਅੱਖਾਂ ਤੋਂ ਅੰਨਾ ਹੋ ਗਿਆ। ਉਸਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ ਤੇ ਹੈਰਾਨ ਹੋ ਗਿਆ ਤੇ ਸੋਚਦਾ ਹੈ ਕਿ ਸੱਚਮੁੱਚ ਰੱਬੀ ਸ਼ਕਤੀ ਬਸੰਤ ਲਤਾ ਦੀ ਸਹਾਇਤਾ ਲਈ ਆਈ ਹੈ। ਬਸੰਤ ਲਤਾ ਪਿੱਛੇ ਹਟ ਗਈ, ਸਤਿਗੁਰਾਂ ਦੇ ਦਰਸ਼ਨ ਹੋਣੋਂ ਹਟ ਗਏ। ਉਹ ਗੁਰੂ ਜੀ ਦਾ ਨਾਮ ਜਪਣ ਲੱਗ ਪਈ। ਸਮੁੰਦ ਖਾਂ ਸਭ ਕੁਝ ਸੁਣ ਰਿਹਾ ਸੀ, ਦਿਖਾਈ ਨਹੀਂ ਦਿੰਦਾ ਸੀ। ਬਾਹਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਸੀ। ਸ਼ੁਕਰ ਹੈ ਕਿ ਕੰਨ ਤੇ ਜ਼ੁਬਾਨ ਕੰਮ ਕਰਦੇ ਨੇ। ਉਹ ਅਨੁਭਵ ਕਰਨ ਲੱਗਾ ਕਿ ਵਾਕਿਆ ਕੋਈ ਖੁਦਾਈ ਸ਼ਕਤੀ ਬੋਲੀ ਹੈ। ਸ਼ਰਮਿੰਦਾ ਹੋ ਕੇ ਬੋਲਿਆ ਕਿ ਹੇ ਦੇਵੀ ਬਸੰਤ ਲਤਾ, ਮੈਨੂੰ ਖਿਮਾ ਕਰ ਦਿਓ, ਮੈਨੂੰ ਬਖਸ਼ ਦਿਓ, ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਤੁਸੀਂ ਆਪਣੇ ਸਤਿਗੁਰਾਂ ਨੂੰ ਬੇਨਤੀ ਕਰੋ ਕਿ ਉਹ ਮੈਨੂੰ ਠੀਕ ਕਰ ਦੇਣ, ਮੇਰੀਆਂ ਭੁੱਲਾਂ ਨੂੰ ਬਖਸ਼ ਦੇਣ। ਮੈਂ ਜਿਹੜੇ ਮਾੜੇ ਬੋਲ ਬੋਲੇ ਹਨ, ਮੈਂ ਪਾਪੀ ਹਾਂ, ਮੈਨੂੰ ਬਖਸ਼ ਦੇਣ। ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਮੈਂ ਬਸੰਤ ਲਤਾ ਨੂੰ ਗੁਰੂ ਦੇ ਪਰਿਵਾਰ ਦੇ ਪਾਸ ਭੇਜ ਦੇਵਾਂਗਾ, ਇਸ ਦੀ ਕੋਈ ਨਿਰਾਦਰੀ ਨਹੀਂ ਕਰਾਂਗਾ। ਮੈਂ ਫਿਰ ਖਿਮਾ ਲਈ ਅਰਜ਼ ਕਰਦਾ ਹਾਂ। ਉਸਨੇ ਬਸੰਤ ਨੂੰ ਬੰਦੀਖਾਨੇ ਤੋਂ ਬਾਹਰ ਕੱਢ ਕੇ ਭੈਣ ਬਣਾ ਲਿਆ ਤੇ ਆਪਣੇ ਮਹਿਲਾਂ ਵਿੱਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਣ ਕਰਾਇਆ। ਸਮੁੰਦ ਖਾਂ ਪਾਸੋਂ ਬਸੰਤ ਦੀ ਪਵਿੱਤਰ ਸਾਖੀ ਸੁਣ ਕੇ ਸਾਰੇ ਹੈਰਾਨ ਰਹਿ ਗਏ। ਮਹਿਲਾਂ ਦੀਆਂ ਇਸਤਰੀਆਂ ਇਸ ਨੂੰ ਦੇਵੀ ਸਮਝ ਕੇ ਪੂਜਣ ਲੱਗੀਆਂ। ਘਰ ਦਾ ਵਾਤਾਵਰਨ ਪਵਿੱਤਰ ਹੋ ਗਿਆ। ਸਮੁੰਦ ਖਾਂ ਨੇ ਤੀਜੇ ਦਿਨ ਪਤਾ ਕਰਕੇ ਦੱਸਿਆ ਕਿ ਭੈਣ ਜੀ ਬੜੀਆਂ ਮਾੜੀਆਂ ਤੇ ਭੈੜੀਆਂ ਖਬਰਾਂ ਦੱਸਣ ਲੱਗਾ ਹਾਂ। ਚਮਕੌਰ ਸਾਹਿਬ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ। ਗੁਰੂ ਜੀ ਅੱਗੇ ਨਿਕਲ ਗਏ ਹਨ। ਸਾਰਾ ਪਰਿਵਾਰ ਖਿੱਲਰ ਪੁੱਲਰ ਗਿਆ ਹੈ। ਰੌਲਾ ਬਹੁਤ ਹੈ। ਅਜੇ ਤੁਹਾਨੂੰ ਭੇਜਣਾ ਸਹੀ ਨਹੀਂ ਹੋਵੇਗਾ। ਇਸ ਤਰ੍ਹਾਂ ਬਸੰਤ ਲਤਾ ਕਾਫੀ ਲੰਮਾ ਸਮਾਂ ਉੱਥੇ ਰਹੀ ਤੇ ਸਮੁੰਦ ਖਾਂ ਨੇ ਉਸਨੂੰ ਆਪਣੀ ਭੈਣ ਬਣਾ ਕੇ ਰੱਖਿਆ। ਜਦੋਂ 2 ਮਹੀਨੇ ਬੀਤ ਗਏ, ਠੰਡ ਢੰਡੋਲਾ ਹੋ ਗਿਆ। ਬਸੰਤ ਲਤਾ ਨੂੰ ਸਮੁੰਦ ਖਾਂ ਨੇ ਭੈਣਾਂ ਵਾਂਗ ਤੋਰਿਆ। 6 ਘੋੜਸਵਾਰ ਦਿੱਤੇ। ਬਸੰਤ ਨੂੰ ਪਾਲਕੀ ਵਿੱਚ ਬਿਠਾ ਕੇ ਚੰਦਰ ਬ੍ਰਹਮਾ ਨੂੰ ਨਾਲ ਲੈ ਕੇ ਘੋੜੇ ਤੇ ਤੋਰਿਆ। 15 ਦਿਨਾਂ ਵਿੱਚ ਗੁਰੂ ਜੀ ਦੇ ਪਾਸ ਦੀਨੇ ਛੱਡ ਆਏ। ਉਧਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀ ਵਿੱਚ ਪੁੱਜ ਗਈਆਂ। ਬਾਕੀ ਰਹਿੰਦੇ ਪਰਿਵਾਰ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ। ਆਪਣੀ ਸਾਰੀ ਹੱਡਬੀਤੀ ਸਭ ਸੰਤਾਂ ਨੂੰ ਸੁਣਾਈ। ਕਲਗੀਆਂ ਵਾਲੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਪੈਜ ਰੱਖੀ, ਉਸਦੀ ਪਵਿੱਤਰਤਾ ਕਾਇਮ ਰੱਖੀ। ਕਾਲ ਕੋਠੜੀ ਚੋਂ ਖੁਲਾਸੀ ਕਰਵਾਈ। ਸੱਚੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਥਾਂ ਆਪਣੇ ਪਿਆਰਿਆਂ ਲਈ ਸਹਾਈ ਹੁੰਦੇ ਹਨ ਤੇ ਉਹਨਾਂ ਦੀ ਲਾਜ ਪੱਤ ਰੱਖਦੇ ਹਨ। ਸਤਨਾਮ ਸ਼੍ਰੀ ਵਾਹਿਗੁਰੂ।